ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਇੱਕ ਨਵੀਂ ਜਾਣਕਾਰੀ ਤੇ ਹਟ ਕੇ ਜਾਣਕਾਰੀ ਵਿਲੱਖਣ ਜਾਣਕਾਰੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਇਹ ਜੀ ਹੈ ਕਹਾਣੀ ਇੱਕ ਕਪਲ ਦੀ। ਕਪਲ ਜਿਹੜਾ ਕਿ ਬਹੁਤ ਹੀ ਸੰਘਰਸ਼ ਦੇ ਦੌਰ ਦੇ ਵਿੱਚੋਂ ਲੰਘਿਆ, ਕਈ ਦੇਸ਼ਾਂ ਵਿੱਚ ਘੁੰਮਿਆ, ਕਈ ਵਾਰ ਚੜ੍ਹਤ 'ਚ ਗਿਆ, ਕਈ ਵਾਰ ਹਾਸ਼ੀਏ ਤੇ ਆਇਆ, ਪਰ ਅਖੀਰ ਨੂੰ ਆ ਕੇ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ। ਜੜ੍ਹਾਂ ਦੇ ਨਾਲ ਜੁੜ ਕੇ ਆ ਕੇ ਉਹਨਾਂ ਨੇ ਇੱਕ ਇੱਥੇ ਕੈਫੇ ਖੋਲ੍ਹਿਆ। ਉਹ ਸਿਰਫ ਇੱਕ ਕੈਫੇ ਹੀ ਨਹੀਂ, ਉਹ ਹੈ ਉਹਨਾਂ ਦੇ ਜੀਵਨ ਦੇ ਸੰਘਰਸ਼ ਦੀ ਕਹਾਣੀ। ਜੀ ਹਾਂ, ਮੈਂ ਗੱਲ ਕਰ ਰਿਹਾ ਕੱਪ ਐਂਡ ਕਿਤਾਬ, ਜੋ ਕੈਫੇ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਉਸ ਦੇ ਮਾਲਕਾਂ ਦੀ, ਓਨਰਸ ਦੀ। ਬਲਕਿ ਉਹ ਓਨਰਸ ਖੁਦ ਨੂੰ ਕਹਾਉਂਦੇ ਨਹੀਂ। ਜਦੋਂ ਉਹਨਾਂ ਨਾਲ ਅਸੀਂ ਮਿਲੇ ਹਾਂ ਤਾਂ ਉਹ ਕਹਿੰਦੇ ਅਸੀਂ ਓਨਰ ਨਹੀਂ, ਅਸੀਂ ਤਾਂ ਇੱਕ ਇੱਥੇ ਪਰਿਵਾਰ ਬਣਾਇਆ। ਉਸ ਪਰਿਵਾਰ ਦੇ ਵਿੱਚ ਅਸੀਂ ਰਹਿ ਕੇ ਖੁਸ਼ ਹੁੰਦੇ ਹਾਂ ਤੇ ਸਾਨੂੰ ਸਕੂਨ ਮਿਲਦਾ। ਔਰ ਤੁਹਾਨੂੰ ਪੀਸ ਚਾਹੀਦਾ ਹੁੰਦਾ ਹੈ, ਔਰ ਇੱਥੇ ਪੀਸ ਆ। ਹੁਣ ਇਹ ਸਾਡੀ ਫੈਮਿਲੀ ਆ, ਔਰ ਇਹਨੂੰ ਇਦਾਂ ਵੀ ਕਹਿ ਸਕਦੇ ਕਿ ਸਾਡਾ ਸੈਕਿੰਡ ਹੋਮ ਆ। ਤੇ ਤੁਸੀਂ ਪਿਆਰ ਬਿਖੇਰਦੇ ਹੋ ਨਾ, ਉਹ ਚੀਜ਼ ਦਾ ਰੋਬ ਵੱਖਰਾ ਹੁੰਦਾ। ਤੁਸੀਂ ਇੱਕ ਚੀਜ਼ ਨੂੰ ਬਣਾਉਂਦੇ ਹੋ ਤੇ ਉੱਥੇ ਤੁਸੀਂ ਰੂਹ ਲਾਉਂਦੇ ਹੋ। ਇਹਨਾਂ ਨੇ ਰੂਹ ਲਾਈ ਆ। ਇਹ ਖੁਦ ਪਲੇਟਸ ਵੀ ਫੜਦੇ ਨੇ, ਇਹ ਖੁਦ ਆਰਡਰਸ ਵੀ ਲੈਂਦੇ ਨੇ, ਸਾਡੇ ਨਾਲ ਆ ਕੇ ਬੈਠਦੇ ਨੇ। ਕੋਈ ਨਾ ਕੋਈ ਸਿੰਗਰ ਜਾਂ ਇੰਡਸਟਰੀ ਦਾ ਕੋਈ ਵੀ ਬੰਦਾ ਇੱਥੇ ਮਿਲੂਗਾ ਹੈ ਨਾ। ਤੋ ਇਹ ਜੇ ਮੈਂ ਗੱਲ ਕਰਾਂ ਤਾਂ ਓਵਰਆਲ ਗੱਲ ਕਰਾਂ, ਇਹ ਇੱਕ ਕਪਲ ਸੀ ਜਿਹੜਾ ਕਈ ਦੇਸ਼ਾਂ ਵਿੱਚ ਨੌਕਰੀਆਂ ਕਰਨ ਗਿਆ, ਨੌਕਰੀ ਤੋਂ ਬਾਅਦ ਬਿਜ਼ਨਸ ਕੀਤੇ ਤੇ ਕਈ ਘਾਟੇ ਪਏ ਤੇ ਕਈ ਵਾਰ ਉਹਨਾਂ ਨੂੰ ਵਧੀਆ ਲਾਈਫ ਮਿਲੀ ਤੇ ਅੱਜ ਵਾਪਸ ਆ ਕੇ ਆਪਣੀਆਂ ਜੜ੍ਹਾਂ ਨਾਲ ਰਟਨੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਨੈਕਟ ਵਿਦ ਰੂਟਸ। ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰੋਫੈਸ਼ਨਲ ਬਿਜ਼ਨਸ ਨਹੀਂ ਕੀਤਾ, ਬਿਜ਼ਨਸ ਤੋਂ ਇਲਾਵਾ ਉਹਨਾਂ ਨੇ ਇੱਕ ਅਜਿਹੀ ਚੀਜ਼ ਪੈਦਾ ਕੀਤੀ ਆ ਜਿੱਥੇ ਆ ਕੇ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤਾਂ ਮਿਲਦੀਆਂ ਹੀ ਨੇ। ਖਾਣ ਪੀਣ ਦੇ ਲਈ ਤਾਂ ਆਪਾਂ ਬਹੁਤ ਥਾਵਾਂ 'ਤੇ ਜਾ ਸਕਦੇ ਹਾਂ, ਪਰ ਇੱਥੇ ਆ ਕੇ ਲੋਕਾਂ ਨੂੰ ਇੱਕ ਅਜਿਹਾ ਸਕੂਨ ਮਿਲਦਾ ਜਿੱਥੇ ਲੋਕੀ ਇੱਥੇ ਇਸ ਪਰਿਵਾਰ ਨਾਲ ਜੁੜਨਾ ਚਾਹੁੰਦੇ ਨੇ। ਸ਼ੁਰੂ 'ਚ ਜਦੋਂ ਸਟਾਰਟਿੰਗ ਮੈਰਿਜ ਹੋਈ, ਫਿਰ ਇੱਕ ਵਾਰੀ ਜੌਬ ਛੱਡੀ, ਫਿਰ ਦੂਸਰੀ ਕੰਪਨੀ ਜੁਆਇਨ ਕੀਤੀ, ਫਿਰ ਜੌਬ ਛੱਡੀ ਤੇ ਜੌਬ ਛੱਡ ਕੇ ਅਸੀਂ ਆ ਗਏ ਬਠਿੰਡੇ ਵੀ ਪੇਰੈਂਟਸ ਕੋਲ ਰਵਾਂਗੇ। ਸਾਨੂੰ ਸੀ ਵੀ ਪੇਰੈਂਟਸ ਬਹੁਤ ਖੁਸ਼ ਹੋਣਗੇ ਇਸ ਚੀਜ਼ ਤੋਂ, ਬਟ ਦੇ ਵਰ ਵੈਰੀ ਡਿਸਅਪੁਆਇੰਟਡ। ਸੋ ਤਾਂ ਆਉਂਦਾ ਸੀ ਘਰਦਿਆਂ ਤੇ, ਜਦੋਂ ਲੱਗਿਆ ਕਿ ਹੁਣ ਸੈਟਲ ਹੋ ਗਏ, ਥੋੜੀ ਸੇਵਿੰਗ ਵੀ ਹੋ ਗਈ, ਉਦੋਂ ਇਵੈਕੂਏਸ਼ਨ ਹੋ ਗਈ। ਗੱਦਾਫੀ ਅਸੈਸੀਨੇਸ਼ਨ ਜਦੋਂ ਹੋਇਆ ਸੀ, ਸਿਵਲ ਵਾਰ। ਕਿ ਮੇਰਾ ਇੱਕ ਡ੍ਰੀਮ ਹੈ ਕਿ ਛੋਟਾ ਜਿਹਾ ਕੈਫੇ ਖੋਲ੍ਹਿਆ ਜਾਏ ਜਿੱਥੇ ਮੇਰੀਆਂ ਇਹ ਸਾਰੀਆਂ ਬੁੱਕਸ ਯੂਜ਼ ਹੋਣ। ਤੁਹਾਡੇ ਫੇਸਬੁੱਕ ਤੇ ਤਾਂ 1000 ਫਰੈਂਡਸ ਹੋਣਗੇ, ਬਟ ਤੁਸੀਂ ਅੱਜ ਕਾਲ ਕਰੋ ਕਿ ਮੈਨੂੰ ਕਿਸੇ ਨਾਲ ਗੱਲ ਕਰਨੀ ਆ ਆਪਣੇ ਦਿਲ ਦੀ, ਤੁਹਾਡੀ ਕੋਈ ਨਹੀਂ ਸੁਣਦਾ। ਜਦੋਂ ਇਹ ਜਗ੍ਹਾ ਦੇਖੀ ਸੀ, ਬਿਲਕੁਲ ਇੱਕ ਹੌਂਟਡ ਪਲੇਸ ਦੀ ਤਰ੍ਹਾਂ ਸੀ। ਜਿਹੜੇ ਵਾਕ ਕਰਦੇ ਸੀ ਨਾ ਸੀਨੀਅਰ ਸਿਟੀਜ਼ਨਸ, ਸਾਨੂੰ ਆ ਕੇ ਰੋਜ਼ 2-3 ਬੰਦਿਆਂ ਨੇ ਡਰਾ ਦੇਣਾ, ਇਹ ਜਗ੍ਹਾ ਤੁਸੀਂ ਲਿੱਤੀ ਹੈ? ਹਾਂਜੀ, ਇਹ ਨਹੀਂ ਚੱਲਦਾ ਇੱਥੇ ਤਾਂ ਜਿੰਨੇ ਵੀ ਪੈਸਾ ਲਗਾਇਆ ਉਹ ਡੁੱਬਿਆ ਹੀ ਹੈ। ਜੇ ਮੈਂ ਉਦੋਂ, ਜਦੋਂ ਸਾਰੇ ਡਰਾਉਂਦੇ ਹੁੰਦੇ ਸੀ ਨਹੀਂ ਚੱਲਣਾ, ਜੇ ਮੈਂ ਉਦੋਂ ਖੁਦ ਹਾਰ ਜਾਂਦੀ ਕਿ ਨਹੀਂ ਚੱਲਣਾ, ਛੱਡ ਯਾਰ, ਕਿਉਂ ਆਪਣਾ ਪੈਸਾ ਵੇਸਟ ਕਰਨਾ ਹੈ, ਤਾਂ ਸ਼ਾਇਦ ਅੱਜ ਇਹ ਕੱਪ ਐਂਡ ਕਿਤਾਬ ਨਾ ਹੁੰਦਾ। ਸਾਡੇ ਨਾਲ ਇਸ ਵਕਤ ਬੈਠੇ ਨੇ ਨੀਰੂ ਖੱਟਰ ਜੀ, ਜਿਹੜੇ ਕਿ ਪਹਿਲਾਂ ਤੁਸੀਂ ਡਰੈਸ ਦੇਖੀ ਸੀ ਜਿਹੜੇ ਆਮ ਵੇਟਰਾਂ ਵਾਂਗੂ ਪਾਈ ਹੋਈ ਸੀ, ਪਰ ਹੈ ਨੇ ਇਹ ਇਸ ਜਿਹੜਾ ਕੈਫੇ ਦੇ ਮਾਲਕ ਨੇ। ਪਰ ਇੱਥੇ ਇਹ ਵਿਚਰਦੇ ਸਾਰੇ ਸਟਾਫ ਦੀ ਤਰ੍ਹਾਂ ਇੱਥੇ ਸਰਵ ਵੀ ਕਰਦੇ ਨੇ, ਸਾਰੇ ਆਰਡਰਸ ਵੀ ਖੁਦ ਲੈਂਦੇ ਨੇ। ਇਹਨਾਂ ਦੇ ਹਸਬੈਂਡ ਵੀ ਇਹਨਾਂ ਦੇ ਨਾਲ ਸਾਰਾ ਕੰਮ ਨਾਲ ਕਰਦੇ ਨੇ। ਇਹ ਕਰਦੇ ਇਸ ਕਰਕੇ ਨਹੀਂ ਕਿ ਇਹਨਾਂ ਦੀ ਜ਼ਰੂਰਤ ਆ ਉਹ ਕੰਮ ਕਰਨ ਦੀ, ਇਹ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਉਸ ਕੰਮ ਦੇ ਵਿੱਚੋਂ ਸਕੂਨ ਆਉਂਦਾ। ਸੋ ਮੈਂ ਸਵਾਗਤ ਕਰਦਾ ਮੈਡਮ ਤੁਹਾਡਾ। ਤੇ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਕੈਫੇ ਦੀ ਗੱਲ ਕਰੀਏ, ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਇਸ ਜੀਵਨ ਦੇ ਵਿੱਚ ਆਏ ਜਿਹੜੇ ਉਤਰਾਅ ਚੜ੍ਹਾਅ ਨੇ, ਤੇ ਤੁਸੀਂ ਕਿੱਥੋਂ ਸ਼ੁਰੂ ਹੋਏ ਤੇ ਕਿੱਥੇ ਪਹੁੰਚੇ ਤੇ ਫਿਰ ਵਾਪਸੀ ਕਿੱਥੇ ਕੀਤੀ ਹੈ? ਰਾਈਟ, ਫਸਟ ਆਫ ਆਲ ਧੰਨਵਾਦ ਤੁਹਾਡਾ ਸਾਡੇ ਕੈਫੇ ਆਉਣ ਲਈ, ਬਹੁਤ ਬਹੁਤ ਵੈਲਕਮ। ਸ਼ੁਰੂਆਤ ਤਾਂ ਬਹੁਤ ਅੱਛੀ ਸੀ, ਬੜਾ ਪਿਆਰ ਘਰਦਿਆਂ ਦਾ, ਟੀਚਿੰਗ ਫੈਮਿਲੀ ਚੋਂ। ਬੇਸਿਕਲੀ ਮੇਰੇ ਪੇਰੈਂਟਸ ਦੋਨੋਂ ਰਿਟਾਇਰਡ ਪ੍ਰੋਫੈਸਰਸ ਨੇ। ਤੇ ਕਿੱਥੇ ਨੂੰ ਤੁਸੀਂ ਬਿਲੋਂਗ ਕਰਦੇ? ਮੈਂ ਮੋਗੇ ਤੋਂ। ਮੈਰਿਜ ਹੋਈ ਜਾਂ ਕਰਵਾਈ? ਉਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸੋ। ਹਾਂਜੀ, ਆਈ ਬਿਲੋਂਗ ਟੂ ਅ ਸਿੱਖ ਫੈਮਿਲੀ। ਮੇਰੇ ਹਸਬੈਂਡ ਹਿੰਦੂ ਫੈਮਿਲੀ ਚੋਂ ਨੇ। ਬਸ ਮਿਲੇ, ਮੈਂਟਲ ਲੈਵਲ ਸ਼ਾਇਦ ਮਿਲ ਗਏ। ਪੜ੍ਹਦੇ ਹੋਏ ਮਿਲੇ ਜਾਂ ਕਿਵੇਂ? ਨਹੀਂ, ਇਹ ਇੰਜੀਨੀਅਰ, ਮੈਂ ਲਿਟਰੇਚਰ, ਟੋਟਲੀ ਡਿਫਰੈਂਟ। ਓਕੇ, ਸਬੱਬ ਕਿਵੇਂ ਬਣਿਆ?
ਸਾਡੇ ਇਹਨਾਂ ਦੀ ਐਕਚੁਅਲੀ ਕੈਂਪਸ ਸਿਲੈਕਸ਼ਨ ਹੋਈ ਸੀ ਨੈਸਲੇ ਜੀ, ਗੋਲਡ ਮੈਡਲਿਸਟ ਨੇ ਇੰਜੀਨੀਅਰਿੰਗ, ਤੇ ਬਸ ਉੱਥੇ ਹੀ ਮੁੱਕ ਗਈ। ਉਹ ਬਾਈ ਚਾਂਸ ਤੁਸੀਂ ਫੈਮਿਲੀ ਦੇ ਹਾਂ ਵਿੱਚ ਮਿਲੇ। ਤੇ ਫਿਰ ਸੌਖਾ ਪ੍ਰਵਾਨ ਹੋ ਗਿਆ ਜਾਂ ਨਹੀਂ, ਬਹੁਤ ਔਖਾ। ਤੇ ਅੱਗੇ ਲਾਈਫ ਕਿਵੇਂ ਸੈਟਲ ਕੀਤੀ, ਜਿਵੇਂ ਤੁਸੀਂ ਦੱਸ ਰਹੇ ਸੀ? ਜਦੋਂ ਸਾਡੀ ਮੈਰਿਜ ਹੋਈ ਹੈ ਉਦੋਂ ਇਹਨਾਂ ਦੀ ਬਹੁਤ ਅੱਛੀ ਜੌਬ ਸੀ, ਅੱਛੀ ਮਲਟੀਨੈਸ਼ਨਲ ਕੰਪਨੀ 'ਚ ਸੀਗੇ, ਤੇ ਬਟ 2-3 ਸਾਲਾਂ ਬਾਅਦ ਜਦੋਂ ਬੇਟੀ ਹੋਈ 1-2 ਸਾਲ ਦੀ, ਤਾਂ ਮਨ 'ਚ ਆਇਆ ਬਈ ਪੇਰੈਂਟਸ, ਇਹ ਆਪਣੇ ਪੇਰੈਂਟਸ ਦੇ ਇੱਕੋ ਹੀ ਔਲਾਦ ਨੇ, ਮਤਲਬ ਹੀ ਡਸਨਟ ਹੈਵ ਐਨੀ ਬ੍ਰਦਰ ਐਂਡ ਸਿਸਟਰ, ਤੇ ਇਹਨਾਂ ਨੂੰ ਸੀ ਵੀ ਪੇਰੈਂਟਸ ਨਾਲ ਰਹਿਣਾ। ਓਕੇ। ਤੇ ਉਦੋਂ ਸਾਡੀ ਜੌਬ ਹੁੰਦੀ ਸੀ ਮਹਾਰਾਸ਼ਟਰ, ਤੇ ਜੌਬ ਛੱਡ ਕੇ ਅਸੀਂ ਆ ਗਏ ਬਠਿੰਡੇ ਵੀ ਪੇਰੈਂਟਸ ਕੋਲ ਰਵਾਂਗੇ। ਸਾਨੂੰ ਸੀ ਵੀ ਪੇਰੈਂਟਸ ਬਹੁਤ ਖੁਸ਼ ਹੋਣਗੇ ਇਸ ਚੀਜ਼ ਤੋਂ, ਬਟ ਦੇ ਵਰ ਵੈਰੀ ਡਿਸਅਪਾਇੰਟਡ। ਰੀਜ਼ਨ ਬਿਹਾਈਂਡ ਉਹਨਾਂ ਨੂੰ ਇਹ ਸੀ ਕਿ ਅਸੀਂ ਇੰਨੀ ਮਿਹਨਤ ਕਰਕੇ ਮੁੰਡੇ ਨੂੰ ਇੰਜੀਨੀਅਰ ਬਣਾਇਆ ਹੈ, ਉਹ ਵਾਪਸ ਆ ਗਿਆ। ਉਹ ਵਾਪਸ ਆ ਗਿਆ। ਠੀਕ ਆ। ਤੇ ਸ਼ਾਇਦ ਉਹਨਾਂ ਨੇ ਇਸ ਚੀਜ਼ ਨੂੰ ਅਸੈਪਟ ਨਹੀਂ ਕੀਤਾ। ਓਕੇ। ਤਾਂ ਉਦੋਂ ਥੋੜੀ ਜੀ ਸਾਨੂੰ ਵੀ ਲੱਗਿਆ ਵੀ ਘਰ ਦੇ ਖੁਸ਼ ਨਹੀਂ ਤੁਹਾਡੇ ਵਾਪਸੀ ਖੁਸ਼ ਤੋਂ? ਨਹੀਂ ਹੈ, ਹਾਂ। ਜਾਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਇੱਥੇ ਕਿਉਂ ਆਏ ਵੀ ਕੀ ਕਰਨਗੇ ਇੱਥੇ, ਬਿਕੋਜ਼ ਬਠਿੰਡੇ ਉਹਨਾਂ ਨੂੰ ਲੱਗਿਆ ਵੀ ਫਿਊਚਰ ਨਹੀਂ ਹੈ। ਹਾਂ। ਤੇ ਉਹ 2 ਸਾਲ ਫਿਰ ਮੈਂ ਸਕੂਲ 'ਚ ਜੌਬ ਸਟਾਰਟ ਕੀਤੀ ਬਠਿੰਡੇ ਐਜ਼ TGT, ਫਿਰ ਹੌਲੀ ਹੌਲੀ PGT, ਫਿਰ ਐਜ਼ ਕੋਆਰਡੀਨੇਟਰ ਮੈਂ ਉੱਥੇ। ਮੇਰੇ ਨਾਲ ਫਿਰ ਸਕੂਲ 'ਚ ਇਹਨਾਂ ਨੇ ਵੀ ਜੌਬ ਕੀਤੀ। ਓਕੇ। ਫਿਰ ਜਾਨੀ ਕਿ ਜ਼ੀਰੋ ਤੋਂ ਫਿਰ ਸ਼ੁਰੂ ਕਰਿਆ? ਜ਼ੀਰੋ ਤੋਂ ਫਿਰ ਸ਼ੁਰੂ ਕਰਿਆ। ਫਿਰ ਅਸੀਂ ਕੋਸ਼ਿਸ਼ ਵੀ ਕੀਤੀ, ਇੱਕ ਡਿਪਾਰਟਮੈਂਟਲ ਸਟੋਰ ਸੌਰਟ ਆਫ ਖੋਲਿਆ ਸੀ, ਬਟ ਨਹੀਂ, ਗੱਲ ਬਣੀ ਨਹੀਂ। ਹਾਂ, ਬਿਕੋਜ਼ ਸਰਵਿਸ ਕਲਾਸ ਬੰਦਾ ਥੋੜਾ ਮੁਸ਼ਕਿਲ ਹੁੰਦਾ ਹੈ, ਲੱਗਿਆ ਕਿ ਬਿਜ਼ਨਸ ਕਰਨਾ ਜੀ। ਤੇ ਉਦੋਂ ਫਿਰ ਗੁੱਸਾ ਤਾਂ ਆਉਂਦਾ ਸੀ ਘਰਦਿਆਂ ਤੇ। ਜਿਹੜਾ ਤੁਸੀਂ ਅਬਰੋਡ ਵੀ ਗਏ ਹੋ, ਤੇ ਕਿੱਥੇ ਗਏ ਹੋ, ਤੇ ਉਹ ਸਫ਼ਰ ਬਾਰੇ? ਅਬਰੋਡ ਹਸਬੈਂਡ ਤਾਂ ਬਿਲਕੁਲ ਨਹੀਂ ਸੀ ਜਾਣਾ ਚਾਹੁੰਦੇ। ਓਕੇ। ਬਸ ਹਾਂ, ਉਹਨਾਂ ਨੂੰ ਤਾਂ ਹਜੇ ਵੀ ਆਪਣੀ ਰੂਟਸ ਨਾਲ ਬਹੁਤ ਜੁੜੇ ਹੋਏ ਨੇ। ਓਕੇ। ਬਟ ਮੈਨੂੰ ਕਿਤੇ ਨਾ ਕਿਤੇ ਸੀ ਕਿ ਇੰਡੀਆ 'ਚ ਸ਼ਾਇਦ ਉਹ ਸਰਵਾਈਵਲ ਥੋੜਾ ਜਿਹਾ ਔਖਾ ਹੈ। ਅੱਧੀ ਤਾਂ ਸੈਲਰੀ ਟੈਕਸ 'ਚ ਨਿਕਲ ਜਾਂਦੀ ਹੈ। ਤੇ ਫਿਰ ਇਹਨਾਂ ਨੂੰ ਇੱਕ ਆਫਰ ਆਇਆ ਸੀ ਲਿਬੀਆ ਦਾ। ਓਕੇ। ਤੇ ਉਹ ਬਸ ਕਿਸੇ ਤਰੀਕੇ ਇਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਸੀ। ਧੱਕੇ ਨਾਲ ਲੈ ਗਏ? ਬਸ ਲੈ ਨਹੀਂ ਗਏ, ਕੱਢਿਆ ਸੀ। ਓਕੇ। ਇਹਨਾਂ ਨੂੰ ਪਹਿਲਾਂ ਭੇਜਿਆ ਸੀ ਬਿਕੋਜ਼ ਇਹਨਾਂ ਨੂੰ ਜੌਬ ਆਫਰ ਆਈ ਸੀ ਜੀ, ਤੇ ਇਹਨਾਂ ਦੇ ਡਿਪੈਂਡੈਂਟ ਵੀਜ਼ਾ ਤੇ ਫਿਰ ਅਸੀਂ ਗਏ ਸੀ। ਮੈਂ ਔਰ ਬੱਚੇ ਉਸ ਟਾਈਮ ਬਹੁਤ ਛੋਟੇ ਸੀ, ਛੋਟੀ ਵਾਲੀ ਬੇਟੀ ਤਾਂ 2.5 ਸਾਲ ਦੀ ਸੀ ਸਿਰਫ। ਤੇ ਬਟ ਬਹੁਤ ਰੱਬ ਦਾ ਸਾਥ ਰਿਹਾ ਹੈ ਕਿ ਉੱਥੇ ਜਾਂਦਿਆਂ ਹੀ ਮੈਨੂੰ ਵੀ ਐਜ਼ ਪ੍ਰਿੰਸੀਪਲ ਸਕੂਲ 'ਚ ਆਫਰ ਆ ਗਈ, ਜਿੱਥੇ ਮੈਂ ਬੱਚਿਆਂ ਦੀ ਐਡਮਿਸ਼ਨਸ ਲਈ ਗਈ ਸੀ। ਓਕੇ। ਉੱਥੇ ਮੈਂ 3-4 ਸਾਲ ਐਜ਼ ਪ੍ਰਿੰਸੀਪਲ ਇੰਡੀਅਨ ਸਕੂਲ ਸਿਰਤ ਲਿਬੀਆ ਵਿੱਚ, ਹਾਂਜੀ, ਜੌਬ ਕੀਤੀ। ਫਿਰ ਉੱਥੋਂ ਹੀ ਮੈਨੂੰ ਯੂਨੀਵਰਸਿਟੀ ਦੀ ਆਫਰ ਆਈ ਸੀ। ਓਕੇ। ਤੇ ਫਿਰ ਮੈਂ ਉੱਥੇ ਯੂਨੀਵਰਸਿਟੀ ਜੁਆਇਨ ਕੀਤੀ। ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸੈਟਬੈਕਸ ਦਾ ਇਹ ਗੱਲ ਕਰਦੇ ਹਾਂ ਆਪਾਂ, ਫਿਰ ਤੁਸੀਂ ਕਹਿ ਰਹੇ ਹੋ ਵੀ ਸੈਟਬੈਕਸ ਲੱਗੇ, ਉਹ ਕਿਸ ਤਰ੍ਹਾਂ ਦੇ ਸੈਟਬੈਕਸ ਸੀਗੇ? ਲਿਬੀਆ ਵਿੱਚ ਲਾਈਫ ਵਾਸ ਵੈਰੀ ਗੁੱਡ, ਮਤਲਬ ਮੇਰੀ ਵੀ ਅੱਛੀ ਸੈਲਰੀ ਸੀ, ਇਹਨਾਂ ਦੀ ਵੀ ਬਹੁਤ ਅੱਛੀ ਸੀ, ਔਰ ਟੈਕਸ ਨਹੀਂ ਦੇਣੇ ਪੈਂਦੇ ਸੀ। ਵੀ ਵਧੀਆ ਚੱਲ ਰਿਹਾ ਸੀ ਕੰਮ, ਸਾਰਾ ਲਗਜ਼ਰੀਅਸ ਲਾਈਫ ਕਹਿ ਸਕਦੇ ਹਾਂ। ਬਹੁਤ ਅੱਛੀ ਲਾਈਫ ਸੀ, ਔਰ 9 ਸਾਲ ਤਾਂ ਬੜਾ ਵਧੀਆ ਚੱਲਿਆ। ਜਦੋਂ ਲੱਗਿਆ ਕਿ ਹੁਣ ਸੈਟਲ ਹੋ ਗਏ, ਥੋੜੀ ਸੇਵਿੰਗ ਵੀ ਹੋ ਗਈ, ਉਦੋਂ ਇਵੈਕੂਏਸ਼ਨ ਹੋ ਗਈ। ਗੱਦਾਫੀ ਅਸੈਸੀਨੇਸ਼ਨ ਜਦੋਂ ਹੋਇਆ ਸੀ, ਸਿਵਲ ਵਾਰ 2011 ਦੇ ਵਿੱਚ ਉੱਥੇ। ਫਿਰ ਤੁਸੀਂ ਵਾਪਸੀ ਕੀਤੀ? ਫਿਰ ਸਾਨੂੰ ਇੰਡੀਆ ਆਉਣਾ ਪਿਆ। ਫਿਰ ਇੱਕ ਧੱਕਾ ਵੱਜਿਆ। ਓਕੇ। ਕਿਉਂਕਿ ਫਿਰ ਇੱਥੇ ਆ ਕੇ ਜੌਬ ਲੱਭਣੀ, ਫਿਰ ਉਹੀ। ਤੇ ਉੱਥੋਂ ਤੁਹਾਡੀ ਵਾਪਸੀ ਕਿੱਥੇ ਦੀ ਹੋਈ ਬੇਸਿਕਲੀ? ਅਸੀਂ ਬੇਸਿਕਲੀ ਪਹਿਲਾਂ ਤਾਂ ਬਠਿੰਡੇ ਹੀ ਆਏ ਸੀ। ਘਰ ਆ ਗਏ? ਹਾਂਜੀ, 4-5 ਮਹੀਨੇ ਫਿਰ ਇੱਥੇ ਫ੍ਰੀ, ਫਿਰ ਦੇਖਦੇ ਰਹੇ, ਜੌਬ ਲੱਭਦੇ ਰਹੇ, ਕਰਦੇ ਰਹੇ। ਫਿਰ ਹਸਬੈਂਡ ਨੂੰ ਮਿਲੀ ਸੀ ਜੌਬ ਸ਼ੋਲਾਪੁਰ। ਓਕੇ। ਇੱਕ ਕੰਸਟਰਕਸ਼ਨ ਕੰਪਨੀ 'ਚ। ਇਹ ਕਿਹੜੇ ਸਾਲ ਦੀ ਗੱਲ ਆ? 2011 ਦਸੰਬਰ। ਓਕੇ। ਔਰ ਮੈਨੂੰ ਮਿਲੀ ਸੀ ਪੰਡਰਪੁਰ, ਇੱਕ CBSE ਸਕੂਲ ਹੈ ਉੱਥੇ ਐਜ਼ ਪ੍ਰਿੰਸੀਪਲ। ਤਾਂ ਸਾਨੂੰ ਕਨਵੀਨੀਅੰਟ ਲੱਗਿਆ, ਸ਼ੋਲਾਪੁਰ ਪੰਡਰਪੁਰ ਨੇੜੇ ਤੇੜੇ ਹੀ ਹੈ ਦੋਨੋਂ, ਤੇ ਚਲੋ ਸ਼ਿਫਟ ਕਰ ਸਕਦੇ ਹਾਂ। ਅਸੀਂ ਸ਼ਿਫਟ ਕਰ ਲਿਆ ਉੱਥੇ, ਦੋਨਾਂ ਨੇ ਜੁਆਇਨ ਵੀ ਕੀਤਾ। ਬਟ ਉੱਥੇ ਫਿਰ ਉਹੀ ਪ੍ਰੋਬਲਮ ਕਿ ਬੱਚਿਆਂ ਦੀ ਸਕੂਲਿੰਗ, ਕਿਉਂਕਿ ਪੰਡਰਪੁਰ ਬਹੁਤ ਛੋਟਾ ਜਿਹਾ ਕਹਿ ਲਓ, ਇੱਕ ਟਾਊਨ ਹੈ, ਛੋਟਾ ਜਿਵੇਂ ਆਪਣੇ ਕਸਬੇ ਕਹਿ ਲਿਓ। ਜਿਸ ਸਕੂਲ 'ਚ ਮੈਨੂੰ ਪ੍ਰਿੰਸੀਪਲ ਦੀ ਆਫਰ ਆਈ ਸੀ, ਉਹ ਹਜੇ ਜਸਟ ਸਟਾਰਟ ਹੋਇਆ ਸੀ। ਤਾਂ ਮੈਨੂੰ ਲੱਗਿਆ ਕਿ ਮੇਰੇ ਬੱਚੇ ਨਹੀਂ ਐਡਜਸਟ ਕਰ ਪਾਣਗੇ, ਬਟ ਕਿਸੇ ਤਰੀਕੇ 4-5 ਮਹੀਨੇ ਉੱਥੇ ਦੋਨਾਂ ਨੇ ਅਸੀਂ ਜੌਬ ਕੀਤੀ। ਔਖੇ ਸੌਖੇ ਕੱਢੇ।
ਫਿਰ ਸੀਗਾ ਵੀ ਦੇਖਦੇ ਹਾਂ ਕਿਤੇ ਹੋਰ। ਇੰਨੇ 'ਚ ਹੀ ਫਿਰ ਇਹਨਾਂ ਨੂੰ ਕੈਲਕਟਾ ਪਹਾੜਪੁਰ ਕੂਲਿੰਗ ਟਾਵਰਸ ਹੈ, ਉੱਥੋਂ ਇਹਨਾਂ ਨੂੰ ਆਫਰ ਆਈ। ਤਾਂ ਬੱਚਿਆਂ ਦੀ ਐਜੂਕੇਸ਼ਨ ਨੂੰ ਸੋਚਦੇ ਹੋਏ ਫਿਰ ਅਸੀਂ ਕੈਲਕਟਾ ਸ਼ਿਫਟ ਕਰ ਗਏ। ਤੇ ਉਸ ਤੋਂ ਬਾਅਦ ਫਿਰ ਕੈਲਕਟਾ 3 ਸਾਲ ਕੀਤਾ। ਕੈਲਕਟਾ ਤੋਂ ਬਾਅਦ ਫਿਰ ਇਹਨਾਂ ਨੂੰ ਫਿਰ ਅਪੋਰਚੁਨਿਟੀ ਮਿਲੀ ਮਸਕਟ, ਆਫਰ ਆਈ ਸੀ। ਫਿਰ ਅਸੀਂ ਫਿਰ ਬੇਟੀ ਮਸਕਟ? ਦੇ, ਹਾਂਜੀ ਕਿੰਨਾ ਟਾਈਮ ਲਈ? ਮਸਕਟ ਅਸੀਂ ਰਹੇ ਹਾਂ 2.5 ਸਾਲ। 2.5 ਸਾਲ ਮਸਕਟ। ਕਿਹੜਾ ਫਿਰ ਕਿਹੜੇ ਈਅਰ ਤੱਕ ਹੁਣ? ਅਸੀਂ ਉਦੋਂ 2018 ਤੱਕ। ਫਿਰ ਸਾਨੂੰ ਲੱਗਿਆ ਕਿ ਬਹੁਤ ਘੁੰਮ ਫਿਰ ਲਿਆ ਇੰਡੀਆ ਦੇ ਆਲਮੋਸਟ ਸਾਰੇ ਸਟੇਟਸ ਵਿੱਚ ਅਸੀਂ ਜੌਬ ਕਰ ਲਈ। ਬਿਹਾਰ ਵੀ 4 ਸਾਲ ਰਹੇ, ਗੁਜਰਾਤ ਵੀ 3 ਸਾਲ ਰਹੇ, ਮਹਾਰਾਸ਼ਟਰ 2 ਸਾਲ ਰਹੇ, ਕਰਨਾਟਕਾ ਰਹੇ। ਤਾਂ ਫਿਰ ਸਾਨੂੰ ਸੀ ਹੁਣ ਇੱਕ ਜਗ੍ਹਾ ਐਟਲੀਸਟ ਸਟੇਬਲ ਹੋਈ ਹੈ ਵੀ ਅੱਗੋਂ ਬੱਚਿਆਂ ਨੇ ਜੋ ਵੀ ਆਪਣੇ ਕਰੀਅਰ ਚੋਇਸਿਸ ਹੁੰਦੀਆਂ। ਫਿਰ ਅਸੀਂ 2019 ਚ ਅਸੀਂ ਇੱਥੇ 2018 ਮੋਹਾਲੀ ਦੇ ਵਿੱਚ ਤੁਸੀਂ ਮੋਹਾਲੀ ਚ ਅਸੀਂ ਸ਼ਿਫਟ ਕਰ ਗਏ। ਸ਼ਿਫਟ ਕੀਤਾ। ਹਾਂਜੀ। ਫਾਈਨੈਂਸ਼ੀਅਲ ਕਿੱਦਾਂ ਚੱਲ ਰਿਹਾ ਸੀਗਾ? ਫਾਈਨੈਂਸ਼ੀਅਲੀ ਸ਼ੁਰੂ ਚ ਜਦੋਂ ਸਟਾਰਟਿੰਗ ਮੈਰਿਜ ਹੋਈ, ਫਿਰ ਇੱਕ ਵਾਰੀ ਜੌਬ ਛੱਡੀ, ਫਿਰ ਦੂਸਰੀ ਕੰਪਨੀ ਜੁਆਇਨ ਕੀਤੀ, ਫਿਰ ਜੌਬ ਛੱਡੀ, ਮਤਲਬ ਉਦੋਂ ਥੋੜੀ ਪ੍ਰੋਬਲਮ ਹੁੰਦੀ ਸੀ। ਬਟ ਲੀਬੀਆ ਜਿਹੜਾ ਸਾਡਾ ਉਹ ਟਾਈਮ ਰਿਹਾ, ਸਭ ਤੋਂ ਅੱਛਾ ਉਹਦੇ ਚ ਸੇਵਿੰਗ ਹੋ ਗਈ ਜਿਹੜੀ ਅਸੀਂ ਇੱਥੇ ਲਗਾਈ ਹੈ ਸਾਰੀ। ਤਾਂ ਮੈਂ ਇੱਥੇ ਵਾਕ ਕਰਨ ਆਉਂਦੀ ਸੀ ਸਿਲਵੀ ਪਾਰਕ ਜਦੋਂ ਮੈਂ ਇਹ ਜਗ੍ਹਾ ਦੇਖੀ ਸੀ, ਬਟ ਉਸ ਟਾਈਮ ਬੰਦ ਸੀ ਇਹ। ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਜੀ। ਮੋਹਾਲੀ ਦੇ 10 ਫੇਸ ਦੇ ਸਿਲਵੀ ਪਾਰਕ ਦੇ ਵਿੱਚ ਇੱਕ ਵਿਰਾਨ ਜਗ੍ਹਾ ਪਈ ਸੀ ਜਿੱਥੇ ਸੈਰ ਕਰਦੇ ਇਹਨਾਂ ਦੀ ਨਿਗਾਹ ਪਈ। ਤੇ ਜਿਹੜਾ ਬੰਦਾ ਕ੍ਰੀਏਟਿਵ ਹੁੰਦਾ ਤਾਂ ਉਹ ਪੱਥਰਾਂ ਦੇ ਵਿੱਚੋਂ ਵੀ ਰੱਬ ਪੈਦਾ ਕਰ ਦਿੰਦਾ, ਤੇ ਉਹਦੀ ਜਿਹੜੀ ਸੋਚ ਆ ਉਹ ਸੋਚ ਦੇ ਨਾਲ ਕਿਸੇ ਵੀ ਚੀਜ਼ ਨੂੰ ਸੋਨਾ ਬਣਾ ਸਕਦਾ। ਉਸੇ ਕਨਸੈਪਟ ਨੂੰ ਲੈ ਕੇ ਇਹਨਾਂ ਦੇ ਦਿਮਾਗ 'ਚ ਆਈਡੀਆਜ਼ ਆਇਆ ਤੇ ਇਹਨਾਂ ਨੇ ਇੱਥੇ ਇੱਕ ਕੈਫੇ ਬਣਾਉਣ ਦੇ ਬਾਰੇ ਸੋਚਿਆ। ਤੇ ਉਹਦੇ ਬਾਰੇ ਹੁਣ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਾਂਗਾ ਵੀ ਕਿੱਦਾਂ ਦੀ ਇਹ ਜਰਨੀ ਰਹੀ ਤੇ ਹੁਣ ਕਿੱਦਾਂ ਇਹ ਚੱਲ ਰਿਹਾ। ਜਦੋਂ ਇਹ ਜਗ੍ਹਾ ਦੇਖੀ ਸੀ ਬਿਲਕੁਲ ਇੱਕ ਹੌਂਟਡ ਪਲੇਸ ਦੀ ਤਰ੍ਹਾਂ ਸੀ ਜੀ, ਬਟ ਪਤਾ ਨਹੀਂ ਕਿਉਂ ਮੈਨੂੰ ਬਹੁਤ ਅਟਰੈਕਟ ਕੀਤੀ ਸੀ ਇਹ ਜਗ੍ਹਾ। ਤਾਂ ਮੇਰੇ ਦਿਮਾਗ 'ਚ ਸੀ ਕਿ ਇਹ ਜਗ੍ਹਾ ਮੈਨੂੰ ਮਿਲ ਜੇ ਤਾਂ ਆਈ ਕੈਨ ਕ੍ਰੀਏਟ ਸਮਥਿੰਗ ਗੁੱਡ, ਹੈ ਨਾ। ਮੇਰਾ ਇੱਕ ਸ਼ੌਂਕ ਸੀ ਬੁੱਕਸ ਦਾ, ਰੀਡਿੰਗ ਦਾ। ਇਹ ਜਿਹੜੀ ਤੁਸੀਂ ਕਲੈਕਸ਼ਨ ਦੇਖ ਰਹੇ ਹੋ ਇਹ ਸਾਰੀ ਮੇਰੀ ਪਰਸਨਲ ਕਲੈਕਸ਼ਨ ਹੈ। ਕੁਝ ਪੰਜਾਬੀ ਔਰ ਹਿੰਦੀ ਦੀਆਂ ਮੈਨੂੰ ਮਹਿਤਾਬ ਆਰਟ ਸੁਸਾਇਟੀ ਵਾਲਿਆਂ ਨੇ ਦਿੱਤੀਆਂ। ਹੁਣ ਤਾਂ ਖੈਰ ਜਿੰਨੇ ਸਾਡੇ ਗੈਸਟ ਆਉਂਦੇ ਆ ਹੁਣ ਤਾਂ ਬਹੁਤ ਦੇ ਕੇ ਜਾਂਦੇ ਆ ਬੁੱਕਸ। ਤੇ ਮੈਂ ਇਹ ਦੇਖ ਰਿਹਾ ਸੀ ਵੀ ਤੁਹਾਡਾ ਰੀਡਿੰਗ ਦੇ ਨਾਲ ਲਗਾਓ ਸੀ, ਫਿਰ ਕਾਫੀ ਤੇ ਕੱਪ ਕਿਵੇਂ ਜੁੜ ਗਏ? ਹਾਂ, ਕਿਉਂਕਿ ਅਸੀਂ ਬਹੁਤ ਸਾਰੇ ਸਟੇਟਸ ਵਿੱਚ ਰਹੇ ਹਾਂ, ਬਹੁਤ ਸਾਰੇ ਕੰਟਰੀਜ਼ ਟਰੈਵਲ ਕਰ ਲਏ, ਹੈ ਨਾ। ਤਾਂ ਇੱਕ ਮੇਰੇ ਮਦਰ ਦਾ ਕੁਕਿੰਗ ਸੈਂਟਰ, ਮੇਰੇ ਮਦਰ ਸ਼ੀ ਇਜ਼ ਇਨਟੂ ਟੀਚਿੰਗ, ਬਟ ਉਹਨਾਂ ਦਾ ਨਾਲ ਕੁਕਿੰਗ ਸੈਂਟਰ ਵੀ ਹੁੰਦਾ ਸੀ। ਮੈਂ ਉਹਨਾਂ ਦੀ ਹੈਲਪ ਕਰਦੀ ਹੁੰਦੀ ਸੀ। ਤਾਂ ਇੱਕ ਕੁਕਿੰਗ ਦਾ ਸ਼ੌਂਕ ਸੀ ਜਿਸ ਤੋਂ ਇਹ ਕਨਸੈਪਟ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਸੀ ਕਿਤੇ ਨਾ ਕਿਤੇ। ਹਾਂਜੀ। ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ, ਬੇਸਿਕਲੀ ਜਿਹੜਾ ਇਹਦਾ ਨਾਮ ਆ ਕੱਪ ਐਂਡ ਕਿਤਾਬ, ਇਹ ਥੀਮ ਦਾ ਜਿਹੜਾ ਸੀਗਾ ਇਹ ਕਿਸ ਤਰ੍ਹਾਂ ਤੁਸੀਂ ਡਿਜ਼ਾਈਨ ਕੀਤਾ ਇਹਨੂੰ? ਇਹ ਐਕਚੁਅਲੀ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕੈਲਕਟਾ ਹੁੰਦੇ ਸੀ ਨਾ, ਤਾਂ ਕੈਲਕਟਾ ਮੇਰੀ ਫਰੈਂਡ ਸੀ। ਅਸੀਂ ਦੋਨੋਂ ਇਕੱਠੇ ਨਾਸ਼ਤਾ ਕਰਨਾ, ਕੁਝ ਵੀ ਹੋ ਜਾਏ, ਹਸਬੈਂਡਸ ਚਲੇ ਜਾਂਦੇ ਸੀ ਆਫਿਸ, ਬੱਚੇ ਚਲੇ ਗਏ ਸਕੂਲ, ਉਸ ਤੋਂ ਬਾਅਦ ਅਸੀਂ ਦੋਨੋਂ ਬੈਠ ਕੇ ਘੰਟਾ 1.5 ਘੰਟਾ ਰੋਜ਼ ਆਪਣਾ ਨਾਸ਼ਤਾ ਇਕੱਠੇ ਕਰਦੇ ਸੀ। ਉਦੋਂ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਮੇਰਾ ਇੱਕ ਡ੍ਰੀਮ ਹੈ ਕਿ ਛੋਟਾ ਜਿਹਾ ਕੈਫੇ ਖੋਲ੍ਹਿਆ ਜਾਏ ਜਿੱਥੇ ਮੇਰੀਆਂ ਇਹ ਸਾਰੀਆਂ ਬੁੱਕਸ ਯੂਜ਼ ਹੋਣ, ਪਲੱਸ ਮੈਂ ਕੁਝ ਖਾਣੇ ਦਾ, ਹਾਂ, ਫੂਡ ਨਾਲ ਕੁਝ ਕਰ। ਕਿਉਂਕਿ ਜਿਹੜਾ ਦੌਰ ਚੱਲ ਰਿਹਾ, ਦੌਰ ਤਾਂ ਚੱਲ ਰਿਹਾ ਕੱਪ ਤੇ ਮੋਬਾਈਲ, ਕੱਪ ਤੇ ਲੈਪਟਾਪ ਦਾ ਦੌਰ ਆ ਇਹ। ਇਹਦੇ ਵਿੱਚ ਕਿਤਾਬਾਂ ਦੇ ਵੱਲ ਵਾਪਸੀ ਕਰਨੀ, ਜਾਂ ਤੁਹਾਡਾ ਵੀ ਤੁਹਾਡੇ ਮਨ 'ਚ ਸੀ ਵੀ ਆਪਾਂ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀ ਚੇਟਕ ਲਾਈਏ ਜਿਹੜੀ ਹੈਗੀ ਆ? ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਮੈਂ ਇੱਥੇ ਸਿਲਵੀ ਪਾਰਕ ਆਉਂਦੀ ਹੁੰਦੀ ਸੀ ਨਾ ਸੈਰ ਕਰਨ, ਤਾਂ ਇੱਥੇ ਜ਼ਿਆਦਾਤਰ ਬੱਚੇ ਬੈਠੇ ਹੁੰਦੇ ਸੀ ਲਾਇਬ੍ਰੇਰੀ ਦੇ ਬਾਹਰ, ਅੰਦਰ ਨਹੀਂ। ਓਕੇ, ਬਾਹਰ ਜਿਹੜੇ ਹਰਟ ਕੀਤਾ ਤੁਹਾਨੂੰ ਜਿਹੜੇ ਮੋਬਾਈਲਸ ਤੇ। ਅੰਦਰ ਜਾਓ, ਅੰਦਰ ਬਜ਼ੁਰਗ ਬੈਠੇ ਹੁੰਦੇ ਸੀ, ਸਿਰਫ ਨਿਊਜ਼ਪੇਪਰ ਪੜ੍ਹਦੇ ਸੀ। ਓਕੇ। ਇੱਕ ਦਿਨ ਮੈਂ ਵੈਸੇ ਹੀ, ਇੱਕ ਅੰਕਲ ਬੈਠੇ ਸੀ, ਉਹਨਾਂ ਨੂੰ ਵੈਸੇ ਹੀ ਬੈਠੇ ਗੱਲ ਹੋ ਗਈ ਕਿ ਇੱਥੇ ਇਹ ਲਾਇਬ੍ਰੇਰੀ ਹੈ, ਹੋਰ ਕੀ ਹੈ ਇੱਥੇ, ਜਦੋਂ ਅਸੀਂ ਨਵੇਂ ਆਏ ਸੀ। ਮੈਂ ਬਸ ਇੰਨੀ ਕੁ ਚੀਜ਼ ਪੁੱਛੀ ਔਰ ਉਹ 2 ਘੰਟੇ ਅੰਕਲ ਨੇ ਮੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ। ਤਾਂ ਮੇਰੇ ਮਨ 'ਚ ਕਿਤੇ ਆਇਆ ਕਿ ਇਹਨਾਂ ਬਜ਼ੁਰਗਾਂ ਨੂੰ ਅੱਜ ਕੱਲ੍ਹ ਸ਼ਾਇਦ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਇਹ ਆਪਣੀਆਂ ਮਨ ਦੀਆਂ ਗੱਲਾਂ ਕਰ ਸਕਣ,
ਕਿਉਂਕਿ ਫੈਮਿਲੀ ਦੇ ਵਿੱਚ ਅੱਜ ਕੱਲ ਤੁਸੀਂ ਦੇਖੋ 4 ਮੈਂਬਰ ਨੇ, ਚਾਰਾਂ ਕੋਲ ਮੋਬਾਈਲ ਆ, ਚਾਰਾਂ ਕੋਲ ਮੋਬਾਈਲ ਹੈ, ਚਾਰਾਂ ਦੇ ਕਮਰੇ 'ਚ ਟੀਵੀ ਹੈ, ਚਾਰਾਂ ਦੇ ਔਰ ਟੀਵੀ ਆ, ਬਜ਼ੁਰਗ- ਚਾਰਾਂ ਕੋਲ ਲੈਪਟਾਪ ਆ। ਚਾਰਾਂ ਕੋਲ ਲੈਪਟਾਪ ਹੈ, ਔਰ ਬਜ਼ੁਰਗ ਬੈਠੇ ਆ, ਉਹਨਾਂ ਨੂੰ ਸੁਣਨ ਨੂੰ ਕੋਈ ਨਹੀਂ ਹੈ। ਫਿਰ ਮੈਂ ਜਦੋਂ ਸੈਰ ਕਰਦੀ ਹੁੰਦੀ ਸੀ, ਮੈਂ ਰੋਜ਼ ਇੱਥੇ ਬਹਿ ਜਾਣਾ, ਇੱਥੇ ਸੀਨੀਅਰ ਸਿਟੀਜ਼ਨ ਸਾਰੇ ਬੈਠਦੇ ਆ, ਤੇ ਮੈਂ ਉਹਨਾਂ ਨਾਲ ਬੈਠਦੀ ਹੁੰਦੀ ਸੀ, ਕਦੀ ਘਰੋਂ ਚਾਹ ਬਣਾ ਲਿਆਣੀ ਸਾਰਿਆਂ ਲਈ, ਫਿਰ ਉਹ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ। ਉਦੋਂ ਮੇਰੇ ਮਨ 'ਚ ਕਨਸੈਪਟ ਆਇਆ ਸੀ ਕਿ ਕੁਝ ਇਹੋ ਜਿਹੀ ਜਗ੍ਹਾ ਹੋਵੇ ਜਿੱਥੇ ਇਹ ਸਾਰੇ ਬੈਠ ਕੇ ਕਿਤਾਬਾਂ ਪੜ੍ਹ ਗੱਲਾਂ ਸਕਣ, ਬਾਤਾਂ ਚਾਹ ਕਰ ਕਾਫੀ ਸਕਣ। ਪੀ ਸਕਣ। ਚਾਹ ਕਾਫੀ, ਗੱਲਾਂ ਬਾਤਾਂ, ਇੰਟਰੈਕਸ਼ਨ ਬਹੁਤ ਜ਼ਰੂਰੀ ਹੈ। ਮੈਂ ਦੇਖ ਰਿਹਾ ਸੀ ਤੁਹਾਡੇ ਨਾਲ ਇਸ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਸੀਂ ਖੁਦ ਜਾ ਕੇ ਸਾਰੇ ਕਸਟਮਰ ਕਹਿ ਰਹੀਏ ਹੋ, ਦੋਸਤ, ਹੁਣ ਤਾਂ ਤੁਹਾਡਾ ਅਸੀਂ ਪਰਿਵਾਰ customer ਨੇ, ਤਾਂ use ਹੀ ਨਹੀਂ ਕਰਦੇ ਉਹ ਤੁਹਾਡਾ word। ਪਰਿਵਾਰ ਕਹਿ ਲਈਏ, ਜਿਹੜਾ ਵੀ ਕੋਈ ਆਉਂਦਾ ਤੁਸੀਂ ਉਹਦੇ ਨਾਲ ਬਹਿ ਕੇ, ਜੇ ਬੰਦਾ ਇਕੱਲਾਪਨ ਮਹਿਸੂਸ ਕਰਦਾ ਜਾਂ ਵੈਸੇ ਵੀ ਤੁਸੀਂ ਉਹਨਾਂ ਦੇ ਵਿੱਚ ਬੈਠਦੇ ਹੋ ਜਾ ਕੇ, ਬਿਲਕੁਲ ਵੀ ਤਾਂ ਜੋ ਲੋਕਾਂ ਨੂੰ ਇਹ ਥੋੜਾ ਜਿਹਾ ਇੱਕ ਸਕੂਨ ਮਿਲ ਸਕੇ। ਬਿਲਕੁਲ ਤੇ ਚਲੋ ਇਹ ਤੁਹਾਡਾ ਕਨਸੈਪਟ ਬੜਾ ਵਧੀਆ ਜੀ। ਤੇ ਇਹੀ ਮੈਂ ਜਦੋਂ ਪਹਿਲਾਂ ਕਿਹਾ, ਮਤਲਬ ਸਭ ਆਪਣੀ ਆਪਣੀ ਲਾਈਫ 'ਚ ਬਿਜ਼ੀ ਹੈ। ਪਹਿਲੇ ਜ਼ਮਾਨਿਆਂ 'ਚ ਕੀ ਹੁੰਦਾ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ, ਨਾਨਕੇ ਜਾਣਾ ਜਾਂ ਦਾਦਕੇ ਜਾਣਾ, ਅਸੀਂ 15-16 ਕਜ਼ਨਸ ਹੁੰਦੇ ਸੀ, ਸਾਰਿਆਂ ਦਾ ਸਾਂਝਾ ਘਰ ਹੁੰਦਾ ਸੀ, ਸਾਰਿਆਂ ਦਾ ਸਾਂਝਾ ਘਰ ਹੋਣਾ, ਇਕੱਠਿਆਂ ਬੈਠ ਕੇ ਪੂਰੀ ਰਾਤ ਅਸੀਂ ਗੱਲਾਂ ਕਰਦੇ ਹੁੰਦੇ ਸੀ। ਉਹ ਗੱਲਾਂ ਮਨ ਦੀਆਂ ਗੱਲਾਂ ਹੁੰਦੀਆਂ ਸੀ, ਜਿਹੜੀਆਂ ਅਸੀਂ ਇੱਕ ਦੂਜੇ ਦੇ ਭੈਣ ਭਰਾਵਾਂ ਨਾਲ, ਮਤਲਬ ਆਪਣੇ ਭੈਣ ਭਰਾਵਾਂ ਨਾਲ ਤਾਂ ਕਰਦੇ ਹੀ ਕਰਦੇ ਸੀ, ਕਜ਼ਨਸ 'ਚ ਵੀ ਆਪਸ ਆਪਾਂ ਬਹੁਤ ਜਿਹੜਾ ਪਿਆਰ ਆਪਸ 'ਚ ਹੁੰਦਾ ਕਹਿ ਰਹੇ ਵੀ ਸਾਂਝ ਇੰਨੀ ਜ਼ਿਆਦਾ ਸੀ, ਆਪਣਾ ਦਿਲ ਹਰ ਕੋਈ ਇੱਕ ਦੂਜੇ ਖੋਲ ਕੋਲ ਫਰੋਲ ਲੈਂਦੇ ਲੈਂਦਾ ਸੀ। ਸੀਗਾ। ਅੱਜ ਕੱਲ ਉਹ ਚੀਜ਼ ਨਹੀਂ ਹੈ। ਤੁਹਾਡੇ ਫੇਸਬੁੱਕ ਤੇ ਤਾਂ 1000 ਫਰੈਂਡਸ ਹੋਣਗੇ, ਬਟ ਤੁਸੀਂ ਅੱਜ ਕਾਲ ਕਰੋ ਕਿ ਮੈਨੂੰ ਕਿਸੇ ਨਾਲ ਗੱਲ ਕਰਨੀ ਹੈ ਆਪਣੇ ਦਿਲ ਦੀ, ਤੁਹਾਡੀ ਕੋਈ ਨਹੀਂ ਸੁਣਦਾ। ਇਸ ਕਰਕੇ ਵੀ ਤੁਸੀਂ ਜਿਹੜਾ ਇਸ ਚੀਜ਼ ਨੂੰ ਇੰਟਰੈਕਸ਼ਨ ਸੈਸ਼ਨ ਸਾਡੇ ਇੱਥੇ ਹੁੰਦੇ ਆ, ਆਤਮਨ ਸੈਸ਼ਨਸ ਹੁੰਦੇ ਆ, ਚਾय पे ਚਰਚਾ ਹੁੰਦੀ ਹੈ। ਇਹਨਾਂ 'ਚ ਵੀ ਜਿਹੜੀ ਸਟ੍ਰੈਸਫੁਲ ਲਾਈਫ ਹੈ ਨਾ, ਉਹਨੂੰ ਫ੍ਰੀ ਕਰਨਾ ਹੈ ਥੋੜਾ, ਸਟ੍ਰੈਸ ਤੋਂ ਸਕੂਨ ਦੀ ਗੱਲ ਕਰੀਏ ਜੇ ਆਪਾਂ। ਚਲੋ ਜੇ ਆਪਾਂ ਹੁਣ ਇਸ ਦੀ ਗੱਲ ਕਰੀਏ ਤੇ ਹੁਣ ਇੱਥੇ ਕਿੱਦਾਂ ਦਾ ਮਾਹੌਲ ਆ ਤੇ ਕਿੱਦਾਂ ਦਾ ਤੁਹਾਡੇ ਇਸ ਫੈਮਿਲੀ ਦੇ ਵਿੱਚ ਵਾਧਾ ਹੋ ਰਿਹਾ ਦਿਨੋਂ ਦਿਨ, ਤੇ ਕਿੱਦਾਂ ਦੇ ਲੋਕੀ ਇੱਥੇ ਆ ਕੇ ਪਸੰਦ ਕਰਦੇ ਆਉਣਾ? ਆਈ ਐਮ ਵੈਰੀ ਹੈਪੀ ਕਿ ਜੋ ਮੇਰੇ ਦਿਮਾਗ 'ਚ ਕਨਸੈਪਟ ਸੀ ਉਹ ਸ਼ਾਇਦ ਹੁਣ ਹੌਲੀ ਲੋਕਾਂ ਨੂੰ ਸਮਝ ਆ ਰਿਹਾ ਹੈ। ਕਿਉਂਕਿ ਜਦੋਂ ਮੈਂ ਇੱਥੇ ਕੰਮ ਸ਼ੁਰੂ ਕੀਤਾ ਸੀ ਨਾ, ਅਗਸਤ ਵਿੱਚ ਜਦੋਂ ਮਿਸਤਰੀ ਸ਼ੁਰੂ ਕੀਤੇ ਸੀਗੇ, ਸਵੇਰੇ ਮੈਂ ਇੱਥੇ 6 ਵਜੇ ਆ ਜਾਂਦੀ ਸੀ, ਮਿਸਤਰੀ ਵੀ ਇੱਥੇ ਹੁੰਦੇ ਸੀ 2019 ਚ 2019 ਚ ਜਿਹੜੇ ਵਾਕ ਕਰਦੇ ਸੀ ਨਾ ਸੀਨੀਅਰ ਸਿਟੀਜ਼ਨਸ, ਸਾਨੂੰ ਆ ਕੇ ਰੋਜ਼ 2-3 ਬੰਦਿਆਂ ਨੇ ਡਰਾ ਦੇਣਾ, ਫੇਰ ਨਹੀਂ ਚੱਲਦਾ, ਇਹ ਜਗ੍ਹਾ ਤੁਸੀਂ ਲਿੱਤੀ ਹੈ। ਹਾਂਜੀ, ਇਹ ਨਹੀਂ ਚੱਲਦਾ ਇੱਥੇ ਤਾਂ, ਜਿੰਨੇ ਵੀ ਪੈਸਾ ਲਗਾਇਆ ਉਹ ਡੁੱਬਿਆ ਹੀ ਹੈ, ਬਰਬਾਦ ਹੀ ਹੋ ਕੇ ਗਿਆ। ਮੈਂ ਜਾ ਕੇ ਸ਼ਾਮ ਨੂੰ ਹਸਬੈਂਡ ਨੂੰ ਕਹਿਣਾ ਵੀ ਆਪਾਂ ਲਗਾ ਤਾਂ ਰਹੇ ਹਾਂ, ਇਜ਼ ਇਟ ਵਰਥ, ਰਿਸਕ ਹੈ ਬਹੁਤ ਵੱਡਾ, ਆਪਾਂ ਆਪਣੀਆਂ ਸਾਰੀਆਂ ਸੇਵਿੰਗਸ ਲਗਾ ਰਹੇ ਹਾਂ। ਉਹ ਕਹਿੰਦੇ ਸੀ ਸ਼ਾਇਦ ਆਪਣਾ ਕਨਸੈਪਟ ਅੱਜ ਤੱਕ ਕਿਸੇ ਨੇ ਇੱਥੇ ਸ਼ੁਰੂ ਹੀ ਨਹੀਂ ਕੀਤਾ, ਹਨਾ, ਸ਼ਾਇਦ ਚੱਲ ਜਾਏ, ਪਤਾ ਨਹੀਂ, ਇੱਕ ਸੀਗਾ ਵਿਸ਼ਵਾਸ ਅੰਦਰ ਫੀਲਿੰਗ ਸੀਗੀ ਵੀ ਹੋ ਜਾਊਗਾ, ਹੋ ਜਾਊਗਾ, ਬਸ ਵਾਹਿਗੁਰੂ ਦਾ ਨਾਮ ਲਿੱਤਾ। ਅੱਜ ਫਿਰ ਤੁਹਾਨੂੰ ਕਿੱਦਾਂ ਲੱਗ ਰਿਹਾ? ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਖੁਸ਼, ਬਹੁਤ ਖੁਸ਼, ਪੂਰੇ ਸੈਟੀਸਫਾਈਡ ਹੋ? ਪੂਰੀ ਸੈਟੀਸਫਾਈਡ। ਤੇ ਚਲੋ ਹੁਣ ਆਪਾਂ ਇਹਨੂੰ ਗੱਲ ਨੂੰ ਜੇ ਕਨਕਲੂਡ ਕਰੀਏ ਤੇ ਖਾਸ ਕਰਕੇ ਲੇਡੀਜ਼ ਜਾਂ ਕੁੜੀਆਂ ਇੰਡੀਪੈਂਡੈਂਟਲੀ ਜਾਂ ਲੋਕੀ ਜਿਹੜੇ ਹੌਸਲਾ ਹਾਰ ਜਾਂਦੇ ਆ, ਉਹਨਾਂ ਲਈ ਕੋਈ ਅੱਛਾ ਮੈਸੇਜ? ਫਸਟ ਆਫ ਆਲ ਮੈਂ ਇਹ ਕਹਿੰਦੀ ਹਾਂ, ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਨਾ ਹੈ ਨਾ, ਪਹਿਲਾਂ ਆਪਣੇ ਆਪ ਨੂੰ ਸੈਟੀਸਫਾਈ ਕਰਨਾ, ਆਪਣੇ ਆਪ ਨੂੰ ਕਨਵਿੰਸ ਕਰੋ ਕਿ ਨਹੀਂ ਇਹ ਹੋ ਸਕਦਾ ਹੈ, ਮੈਂ ਇਹ ਕਰ ਸਕਦੀ ਹਾਂ, ਫੇਰ ਹੀ ਤੁਸੀਂ ਦੂਜਿਆਂ ਨੂੰ ਕਨਵਿੰਸ ਕਰ ਪਾਓਗੇ। ਉਹ ਬਹੁਤ ਜ਼ਰੂਰੀ ਹੈ। ਜੇ ਮੈਂ ਉਦੋਂ, ਜਦੋਂ ਸਾਰੇ ਡਰਾਉਂਦੇ ਹੁੰਦੇ ਸੀ ਨਹੀਂ ਚੱਲਣਾ, ਜੇ ਮੈਂ ਉਦੋਂ ਖੁਦ ਹਾਰ ਜਾਂਦੀ ਕਿ ਨਹੀਂ ਚੱਲਣਾ, ਛੱਡ ਯਾਰ, ਕਿਉਂ ਆਪਣਾ ਪੈਸਾ ਵੇਸਟ ਕਰਨਾ ਹੈ, ਤਾਂ ਸ਼ਾਇਦ ਅੱਜ ਇਹ ਕੱਪ ਐਂਡ ਕਿਤਾਬ ਨਾ ਹੁੰਦਾ। ਉਦੋਂ ਹਸਬੈਂਡ ਵਾਈਫ ਬੈਠ ਕੇ, ਪਲੱਸ ਮੇਰਾ ਬ੍ਰਦਰ ਨਾਲ ਹੁੰਦਾ ਸੀ ਕਿ ਨਹੀਂ ਆਪਾਂ ਕਰ ਲਾਂਗੇ, ਚੱਲ ਜਾਊਗਾ, ਵਧੀਆ ਹੋਊਗਾ। ਇੱਕ ਉਹ ਆਪਣੇ ਆਪ ਨੂੰ ਪਹਿਲੇ ਵਿਸ਼ਵਾਸ ਦੇਣਾ, ਭਰੋਸਾ ਆਪਣੇ ਆਪ ਤੇ ਹੋਣਾ ਚਾਹੀਦਾ। ਬਿਲਕੁਲ, ਤੇ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ। ਦੋਸਤੋ, ਲੱਗਦਾ ਤੁਹਾਨੂੰ ਇਹ ਜਿਹੜੀ ਸਿਰਫ ਕੈਫੇ ਨਹੀਂ ਲੱਗਿਆ ਹੋਣਾ, ਇੱਕ ਇਹ ਇਨਸਪੀਰੇਸ਼ਨਲ ਸਟੋਰੀ ਕਹਿ ਸਕਦਾ ਮੈਂ, ਇੱਕ ਵੂਮਨ ਦੀ, ਇੱਕ ਪਰਿਵਾਰ ਦੀ, ਜਿਹੜੇ ਕਦੇ ਹਾਸ਼ੀਏ ਤੇ ਆਏ, ਕਦੇ ਬਹੁਤ ਉੱਪਰ ਗਏ, ਪਰ ਹੌਸਲਾ ਨਹੀਂ ਛੱਡਿਆ, ਭਰੋਸਾ ਰੱਖਿਆ ਆਪਣੇ ਆਪ ਤੇ ਵੱਧਦੇ ਗਏ, ਤੇ ਲੱਗਦਾ ਹੋਰ ਵੀ ਅੱਗੇ ਵਧਣਗੇ, ਤੇ ਦੂਸਰਾਂ ਲਈ ਪ੍ਰੇਰਨਾ ਸਰੋਤ ਵੀ ਬਣ ਰਹੇ ਨੇ। ਮੈਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਦੇਖੋਗੇ, ਸ਼ੇਅਰ ਕਰੋਗੇ ਵੱਧ ਤੋਂ ਵੱਧ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਫਿਰ ਮਿਲਾਂਗੇ ਅਜਿਹੀ ਹੀ ਕਿਸੇ ਹੋਰ ਕਹਾਣੀ ਦੇ ਨਾਲ। ਧੰਨਵਾਦ।